इंडो फार्म ट्रैक्टर की खुली एजेंसी। डेराबस्सी अंबाला रोड ते स्थित इंडो फार्म ट्रैक्टर एजेंसी विष्णु इंटरप्राइज का उद्घाटन किया गया। इस मौके विशेष तौर पर उद्घाटन करने लई इंडो फार्म पंजाब के मार्केटिंग और सेल्स के एडिशनल वाइस प्रेजिडेंट करमजीत सिंह वालों रिबन कट के उद्घाटन किया गया। इस मौके गलबात करदਿਆਂ विष्णु इंटरप्राइज कंपनी के मालक अनुभव तिवाड़ी ने कहा कि यह ट्रैक्टर आम ट्रैक्टरों नालों बहुत ही अलग है ਅਤੇ ਕਿਸਾਨਾਂ ਦੇ ਲਈ ਲਾਹੇਵੰਦ ਹੋਵੇਗਾ। ਉਹਨਾਂ ਕਿਹਾ ਕਿ ਇਹ ਟਰੈਕਟਰ 4x4 ਹੈ ਅਤੇ ਇਸ ਦੀ ਮਾਈਲੇਜ ਵੀ ਬਹੁਤ ਵਧੀਆ ਹੈ ਤੇ ਆਮ ਟਰੈਕਟਰਾਂ ਨਾਲੋਂ ਇਸ ਵਿੱਚ ਬਹੁਤ ਖਾਸ ਖੂਬੀਆਂ ਹਨ ਤੇ ਇਹ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ। ਕਿਸਾਨ ਵੀਰਾਂ ਨੇ ਸੁਵਿਧਾ ਅਨੁਸਾਰ ਫਾਈਨੈਂਸ ਦੀ ਵੀ ਸੁਵਿਧਾ ਸਾਰੇ ਬੈਂਕਾਂ ਤੋਂ ਉਪਲਬਧ ਹੈ ਤੇ ਕਿਸਾਨਾਂ ਦੇ ਲਈ ਇੰਡੋ ਫਾਰਮ ਟਰੈਕਟਰ ਦੀ ਸਾਰੀ ਰੇਂਜ ਇੱਥੇ ਉਪਲਬਧ ਹੈ ਤੇ ਵਧੀਆ ਸਰਵਿਸ ਵੀ ਦਿੱਤੀ ਜਾਵੇਗੀ। ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੁਰਾ ਦੀ ਇਹ ਰਿਪੋਰਟ। सुरिंदर सिंह है जी। ਕਿਹੜੇ ਪਿੰਡ ਤੋਂ? अंब छवा जी। ਤੇ ਅੱਜ ਇੱਥੇ ਇੰਡੋ ਫਾਰਮ ਦੀ ਓਪਨਿੰਗ ਤੇ ਆਏ ਹੋ। हाँ जी हाँ जी ਤੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ? ਪਹਿਲੇ ਵੀ ਤੁਸੀਂ ਟਰੈਕਟਰ ਚਲਾ हाँ ਰਹੇ जी, ਹੋ। नहीं वधिया जी है। ਕਿਹੜੀ ਖੂਬੀਆਂ ਨੇ? अच्छी है जी, डीजल खर्चा भी घट है जी, बाकी हॉर्स पावर जिस तरह 60 हॉर्स पावर है वधिया जान है जी, अच्छी वो है जी। बाकी फंक्शन भी ਜਿਹੜੇ ਵਧੀਆ ਆਪਣਾ ਬਦਲਦੇ ਜੀ ਸਾਰੇ। ਤੇ ਪਹਿਲੇ ਵੀ ਟਰੈਕਟਰ ਚਲਾਉਂਦੇ ਹੋ ਤੇ ਅੱਜ ਇਹਦਾ ਵੀ ਤੁਹਾਨੂੰ ਪਤਾ ਲੱਗਿਆ? हाँ जी हाँ जी, काफ़ी तकनीक बदली हुई है जी। हाँ जी ਐਡਵਾਂਸ ਟੈਕਨੀਕ। हाँ जी हाँ जी। ਤੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਕਿਸਾਨ ਭਰਾਵਾਂ ਨੂੰ? नहीं ठीक है जी, वधिया ट्रैक्टर है जी, अच्छे कोई चक्कर नहीं। ਅੱਜ ਸਾਡੀ ਪੂਰੀ ਟੀਮ ਇੰਡੋ ਫਾਰਮ ਇਕੁਇਪਮੈਂਟ ਲਿਮਟਿਡ ਬੱਦੀ ਤੋਂ ਇੱਥੇ ਡੇਰਾਬੱਸੀ ਦੇ ਵਿੱਚ ਸਾਡੇ ਨਵੇਂ ਡੀਲਰਸ਼ਿਪ ਦੀ ਓਪਨਿੰਗ ਤੇ ਪਹੁੰਚੀ ਹੈ। ਅਸੀਂ ਅੱਜ ਵਿਸ਼ਨੂੰ ਟਰੈਕਟਰ ਡੇਰਾਬੱਸੀ ਦੇ ਜਿਹੜੇ ਓਨਰ ਹੈਗੇ ਆ ਮਿਸਟਰ ਅਭਿਨਵ ਤਿਵਾੜੀ ਜੀ ਤੇ ਕਰਨਲ ਸਾਹਿਬ, ਇਹਨਾਂ ਨੂੰ ਬਹੁਤ ਇੰਡੋ ਫਾਰਮ ਕੰਪਨੀ ਵੱਲੋਂ ਤੇ ਬਹੁਤ ਵਧਾਈ ਦਿੰਦੇ ਆ, ਜਿਨ੍ਹਾਂ ਨੇ ਸਾਡੇ ਪਰਿਵਾਰ ਦਾ ਹਿੱਸਾ ਬਣ ਕੇ ਇੰਡੋ ਫਾਰਮ ਫੈਮਿਲੀ ਨੂੰ ਜੁਆਇਨ ਕੀਤਾ। ਪਰਮਾਤਮਾ ਅੱਗੇ ਬਹੁਤ ਅਰਦਾਸ ਕਰਦੇ ਹਾਂ ਕਿ ਇਹ ਡੀਲਰਸ਼ਿਪ ਬਹੁਤ ਹੀ ਬੁਲੰਦੀਆਂ ਤੇ ਉੱਚੀ ਬੁਲੰਦੀਆਂ ਨੂੰ ਛੂਹੇਗੀ ਬੜੀ ਜਲਦੀ। ਤੇ ਸਾਡੀ ਜਿਹੜੀ ਕੰਪਨੀ ਹੈ ਇੰਡੋ ਫਾਰਮ ਉਹ ਬੱਦੀ ਵਿੱਚ ਸਥਿਤ ਹੈ। ਸਾਡੇ ਕੋਲ 20 HP ਤੋਂ ਲੈ ਕੇ 110 HP ਤੱਕ ਦਾ ਟਰੈਕਟਰ ਬਣਦਾ ਹੈ ਤੇ 80% ਜਿਹੜਾ ਟਰੈਕਟਰ ਹੈਗਾ ਉਹ ਅਸੀਂ ਇਨ ਹਾਊਸ ਬਣਾਉਂਦੇ ਹਾਂ। 80% ਟਰੈਕਟਰ ਸਾਡੇ ਉਹਦੇ 'ਚ ਬਣਦਾ ਕੰਪਨੀ 'ਚ, ਤੇ ਜਿੰਨਾ ਵੀ ਮਟੀਰੀਅਲ ਅਸੀਂ ਯੂਜ਼ ਕਰਦੇ ਹਾਂ ਸਾਰਾ ਆਲ ਇੰਡੀਆ ਦੀ ਜਿਹੜੀ ਨੰਬਰ 1 ਕੰਪਨੀ ਆ ਅਸੀਂ ਉਹਦਾ ਮਟੀਰੀਅਲ ਯੂਜ਼ ਕੀਤਾ ਜਾਂਦਾ ਇਹਦੇ 'ਚ। ਜਿੰਨੇ ਵੀ ਕਸਟਮਰਸ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਬੜਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣਾ ਕੀਮਤੀ ਸਮੇਂ ਕੱਢ ਕੇ ਸਾਡੀ ਇਸ ਓਪਨਿੰਗ ਦਾ ਹਿੱਸਾ ਬਣੇ ਹਨ। ਸਰ, ਜਿਵੇਂ ਕਿ ਟਰੈਕਟਰ ਕੰਪੀਟੀਸ਼ਨ ਬਹੁਤ ਹੈਗਾ ਹੋਰ ਵੀ ਕੰਪਨੀਆਂ ਨੇ, ਆਪਣੇ ਟਰੈਕਟਰ ਦੇ ਵਿੱਚ ਕੀ ਖੂਬੀ ਹੈ ਜਿਹੜੀ ਆਪਾਂ ਕਿਸਾਨਾਂ ਨੂੰ ਇਸ ਬਾਰੇ ਦੱਸ ਸਕਦੇ ਹਾਂ? ਸਾਡੇ ਟਰੈਕਟਰ ਦੇ ਵਿੱਚ ਖੂਬੀ ਦੀ ਗੱਲ ਇਹ ਹੈ ਕਿ ਟਰੈਕਟਰ ਜਿਹੜਾ ਸਾਡਾ ਇਹਦੀ ਪਾਵਰ ਖਿਚਾਈ ਬਹੁਤ ਅੱਛੀ ਹੈਗੀ ਹੈ, ਪਲੱਸ ਇਹ ਜਿਹੜਾ ਮਾਈਲੇਜ ਮਾਸਟਰ ਟਰੈਕਟਰ ਹੈ, ਤੇਲ ਦੀ ਖਪਤ ਬਹੁਤ ਘੱਟ ਹੈ, ਇਹਦੀ ਬਹੁਤ ਘੱਟ ਤੇਲ ਖਾਂਦਾ ਹੈ। ਜਿਸ ਕਸਟਮਰ ਕੋਲ ਇਹ ਟਰੈਕਟਰ ਹੈ ਉਹ ਕਸਟਮਰ ਦੀ ਬਹੁਤ ਤਾਰੀਫ ਕਰਦਾ ਹੈ ਤੇ ਉਹ ਕਸਟਮਰ ਨੂੰ ਅਸੀਂ ਕੰਪਨੀ ਵੱਲੋਂ ਤੇ ਮੇਰੇ ਡੀਲਰ ਜਿੰਨੇ ਵੀ ਹੈਗੇ ਆ ਪੂਰਾ ਸੈਟੀਸਫਾਈਡ ਰੱਖਦੇ ਹਾਂ। ਉਹਨਾਂ ਦੀ ਕੋਈ ਵੀ ਦੁੱਖ ਤਕਲੀਫ ਦੇ ਵਿੱਚ ਕੰਪਨੀ ਤੇ ਡੀਲਰ ਮੇਰਾ ਦਿਨ ਰਾਤ ਖੜਾ ਹੁੰਦਾ। ਸਰ, ਜਿੱਦਾਂ ਕਿ ਛੋਟੇ ਕਿਸਾਨ ਨੇ ਉਹ ਆਪਣੀ ਪਹੁੰਚ ਨਹੀਂ ਰੱਖਦੇ ਟਰੈਕਟਰ ਤੱਕ, ਜਿਨ੍ਹਾਂ ਕੋਲ ਨਹੀਂ ਇੰਨੀ ਆਮਦ ਹੈਗੀ, ਉਹਨਾਂ ਲਈ ਕੋਈ ਆਪਸ਼ਨ ਹੈਗੀ ਹੈ? ਕੋਈ ਇਨਵੈਸਟਮੈਂਟ ਵਿੱਚ ਹੋਰ ਤਰੀਕੇ ਨਾਲ ਕਰ ਸਕਦੇ ਜਾਂ ਕਿਸ ਤਰ੍ਹਾਂ? ਉਹਨਾਂ ਦੇ ਲਈ ਦੇਖੋ ਸਾਡੇ ਕੋਲ 20 HP ਤੋਂ 110 HP ਦਾ ਟਰੈਕਟਰ ਹੈ। ਜਿਹੜੇ ਛੋਟੇ ਕਸਟਮਰ ਆ ਉਹਨਾਂ ਕੋਲ ਸਾਡੇ ਕੋਲ 35 HP 45 HP 50 HP ਦੇ ਅਲੱਗ-ਅਲੱਗ ਮਾਡਲ ਤੇ ਅਲੱਗ-ਅਲੱਗ ਵੇਰੀਐਂਟਸ ਹੈਗੇ ਆ। ਉਹ ਟਰੈਕਟਰ ਹਰ ਇੱਕ ਕਿਸਾਨ ਦੀ ਰੀਚ ਦੇ ਵਿੱਚ ਹੈਗਾ। ਵੱਡੇ ਟਰੈਕਟਰ ਜਿਹੜੇ 4x4 ਹੈ ਵੱਡੇ ਫਾਰਮਰ ਲਈ ਉਹ ਹੈਗਾ। ਛੋਟੇ ਤੋਂ ਲੈ ਕੇ ਵੱਡਾ ਕਿਸਾਨ ਇੰਡੋ ਫਾਰਮ ਦਾ ਟਰੈਕਟਰ ਯੂਜ਼ ਕਰਦਾ ਤੇ ਉਹਨਾਂ ਦੇ ਲਈ ਬਹੁਤ ਹੀ ਫਾਇਦੇਮੰਦ ਰਹਿੰਦਾ ਹੈ। ਇਹ ਏਜੰਸੀ ਅੱਜ ਇੱਥੇ ਖੁੱਲੀ ਹੈ, ਕਿੰਨਾ ਕੁ ਏਰੀਆ ਕਵਰ ਕਰਦੀ ਹੈ, ਜਿਵੇਂ ਰਾਜਪੁਰਾ ਜਾਂ ਹੋਰ ਕਿਹੜੇ ਸ਼ਹਿਰ ਨੇ? ਇਹ ਏਜੰਸੀ ਦੇ ਵਿੱਚ ਅਸੀਂ ਏਰੀਆ ਦਿੱਤਾ ਜੀ ਬਰਵਾਲਾ, ਡੇਰਾਬੱਸੀ ਤੇ ਰਾਜਪੁਰਾ। ਰਾਜਪੁਰੇ ਵੀ ਅਸੀਂ ਬੜੀ ਜਲਦੀ ਇੱਕ ਸ਼ੋਰੂਮ ਸਥਾਪਿਤ ਕਰਾਂਗੇ ਤੇ ਤਿਵਾੜੀ ਜੀ ਸਾਡੇ ਬਹੁਤ ਹੀ ਵਧੀਆ ਡੀਲਰ ਹੈ, ਬਹੁਤ ਹੀ ਹਾਰਡ ਵਰਕਰ ਐਂਡ ਵੈਰੀ ਇੰਟੈਲੀਜੈਂਟ। ਤੇ ਇਹ ਤਾਂ ਪੂਰਾ ਇਹਨਾਂ ਨੇ ਸੇਲਸ ਦਾ ਪੂਰਾ ਐਕਸਪੀਰੀਅੰਸ ਹੈ, ਆਲਰੇਡੀ ਪਹਿਲਾਂ ਨੇ ਸੇਲਸ ਕੰਮ ਕੀਤਾ ਹੈ, ਇਸ ਕਰਕੇ ਅਸੀਂ ਬੜੀ ਜਲਦੀ ਰਾਜਪੁਰੇ ਵੀ ਦੀ ਬ੍ਰਾਂਚ ਓਪਨ ਕਰਾਂਗੇ। ਸਰ, ਇੱਕ ਗੱਲ ਹੋਰ ਹੈ, ਸੇਲ ਤੋਂ ਬਾਅਦ ਸਰਵਿਸ ਦੀ ਜੋ ਸਮੱਸਿਆ ਆਉਂਦੀ ਆ ਉਸ ਚੀਜ਼ ਤੇ ਆਪਾਂ ਕਸਟਮਰ ਦੀ ਸੋਚ ਤੇ ਕਿੰਨਾ ਖਰੇ ਹੋ? ਉਹਦੇ ਲਈ ਸਰ ਇੰਡੋ ਫਾਰਮ ਕਸਟਮਰ ਨੂੰ ਸੈਟੀਸਫਾਈਡ ਕਰਨਾ ਸਾਡਾ ਇੰਡੋ ਫਾਰਮ ਕੰਪਨੀ ਦਾ ਸਭ ਤੋਂ ਪਹਿਲਾ ਮੋਟਿਵ ਹੈ। ਕਸਟਮਰ ਨੂੰ ਸੈਟੀਸਫਾਈਡ ਰੱਖਣ ਨਾਲ ਹੀ ਸਾਡੀ ਜਿਹੜੀ ਟਰੈਕਟਰ ਦੀ ਹੈ ਮਾਰਕੀਟ ਦੇ ਵਿੱਚ ਉਹਦੀ
ਤਾਕ ਬਣਦੀ ਹੈ। ਅਦਰਵਾਈਜ਼ ਜੇ ਕਸਟਮਰ ਸਾਡਾ ਸੈਟੀਸਫਾਈਡ ਨਹੀਂ ਹੈਗਾ ਤਾਂ ਕੰਪਨੀ भी ਸੈਟੀਸਫਾਈਡ ਨਹੀਂ ਰਹਿੰਦੀ, ਨਾ ਮੇਰਾ ਡੀਲਰ ਸੈਟੀਸਫਾਈਡ ਰਹੂਗਾ। ਕਸਟਮਰ ਨੂੰ ਸੈਟੀਸਫਾਈਡ ਰੱਖਣਾ ਕੰਪਨੀ ਦੀ ਇੱਕ ਮੋਰਲ रिस्पॉन्सिबिलिटी है। आज जो इंडोफार्म आपके यहाँ पे आपके विष्णु एंटरप्राइजेस के नाम से पता क्या क्या मैं मेरा सेल्स का 27-28 साल का एक्सपीरियंस है और मैंने करीब दुनिया के 29-30 देशों में जा करके और कई जगहों पर रह करके सेल्स का काम अलग अलग प्रोडक्ट्स के लिए किया है। उसके बाद मैं चाहता, चूँकि मैं यहाँ पे बहुत समय रहा हूँ पंजाब में और हरियाणा में, तो मैं चाहता था, चूँकि ये तो मतलब खेती की धरती है पंजाब और हरियाणा, तो मैं चाहता था कि मैं एक तो अपना कुछ काम शुरू करूँ जिसमें मैं लोगों से जुड़ सकूँ और लोगों के लिए कुछ अच्छा कर सकूँ। तो उसमें फिर मुझे ये अपॉर्चुनिटी, ये मौका मिला यहाँ पर। तो मैं इंडोफार्म के गया, फैक्ट्री विज़िट करी, वहाँ के सेल्स के बंदे करमजीत जी से मिला, मैं एमडी उनके हैं मिस्टर अंशुल खड़वालिया, उनको मिला और उन्होंने बताया कि उनका विज़न किस तरीके का, कि वो चाहते हैं कि ये मतलब कंपनी बड़ी हो और लोगों की ज़्यादा से ज़्यादा मदद हो सके। तो मुझे बहुत अच्छा लगा, तो हमने तुरंत ही फिर निर्णय करके और यहाँ पर अपनी डीलरशिप खोलने का काम शुरू किया और हमने पिछले 10-15 दिन में ही यहाँ पर सारा सेटअप तैयार करके और ट्रैक्टर वगैरह ला के कर लिए हैं और अब हम इसको आगे ट्रैक्टर ਤੁਸੀਂ ਰੱਖੇ ਨੇ ਤੇ ਕਿਸੇ ਦੀ ਡਿਮਾਂਡ ਤੇ ਮੰਗਾਇਆ ਜਾਂਦਾ ट्रैक्टर या नॉर्मल आम ये एक्चुअली जो हमारे जो सेल्स की पूरी टीम रहती है उनके पास पूरी ऐसी इसकी स्टडी रहती है कि किस क्षेत्र में किस तरीके की इंडस्ट्री में कितना जाना है, हॉलेज के लिए कितना जाना है, किसान के लिए किस तरीके का लगना है, या किसान को छोटे किसान या बड़े किसान के लिए। तो उनको ये रहता है कि हाँ भाई इस तरीके के, इनके पास तो कई 50-100 मॉडल हैं, लेकिन एक आइडिया रहता है कि कौन से 5-10 मॉडल हैं जो कि इस एरिया में सबसे अच्छे चलेंगे, जो यहाँ की जो ज़रूरत है वो सबसे ज़्यादा पूरी कर सकेंगे। तो उस हिसाब से कितनी अमाउंट से शुरू होता है और कितनी अमाउंट तक ये ट्रैक्टर की कीमत है? कि एक ट्रैक्टर की कीमत मेरी समझ में कितना एक सर ये 4.5 लाख रुपए से स्टार्ट होके अराउंड कोई हमारे पास 15-16 लाख रुपए तक का ट्रैक्टर है। जो हमारी कंपनी जो बड़े ट्रैक्टर है वो मैक्सिमम एक्सपोर्ट करते हैं हम। और आजकल जो पंजाब का ट्रेंड है वो 4x4 का है और कंपनी 4x4 में बड़े अच्छे तरीके से आई हुई है। 45 HP, 50 HP, 55, 60, 65, 75, 90 मेरे पास पूरे प्रोडक्ट 4x4 अवेलेबल है। तिवारी जी, आप जैसे सेल्स बैकग्राउंड से हैं, तो इस एरिया में सेल्स की क्या स्ट्रेटजी रहेगी? जैसे कि देखिए, जो सेल्स की स्ट्रेटजी रहती है वो प्रोडक्ट और जो कस्टमर होता है उसके लिहाज से रहती है। तो हमारी स्ट्रेटजी तो ये होगी कि हम सीधे किसान के पास पहुँचें, उसको जाके उसके खेत में डेमो करें, उसको जाके उसकी जो समस्या है उसके घर पे जाके सुलझाएं और उसको जो सुविधाएं चाहिए कंपनी से, जैसे कई बार लोग कहते हैं फाइनेंस करना है या हमारा जो क्या बोलते हैं पुराना ट्रैक्टर है उसको वापस करवा करके और हम नया ट्रैक्टर उसको दिलवा सकें, तो उस प्रकार की मतलब जितनी सुविधाएं होती हैं तो उनके पास जा कर के वहाँ पे हम उनके गांव में जा कर के डेमो कर सकें, वहाँ पे जा कर के अपने प्रोडक्ट के बारे में बता सकें, लोगों को बुला करके मैकेनिक्स के पास जा सकें इस तरीके से। तो वो एक मेन स्ट्रेटजी रहती है लोगों के पास पहुंचने की, मतलब कंपनी कस्टमर के पास चल के पहुंच जाए और कस्टमर की जो समस्या हो वो सुन करके समझ करके और उसको सॉल्व कर सके। और ये इसको सिर्फ बेचने का नहीं रहेगा, मेन फोकस रहता है कि चूंकि एक तो ट्रैक्टर एक बार ही लेता है किसान तो फिर चलाता है लंबे समय तक, तो वो ले करके उसके बाद उसको चलते समय उसको सारे समय संतुष्टि रहे कि हाँ ये ट्रैक्टर अच्छा चल रहा है और कोई दिक्कत आ रही है उसके मेंटेनेंस को लेकर के करके, तो कंपनी और हम तुरंत खड़े होकर के और उसको तुरंत से तुरंत। जैसे आगे त्योहार आ रहा है, दिवाली का त्योहार है, आज ओपनिंग भी हुई है, कोई ऑफर देंगे कोई आम किसानों को कुछ ये ट्रैक्टर कोई ऑफर देंगे? जी, इसमें तो मतलब एक्चुअली किसान तो ऐसा नहीं करेगा कि 5 या 10 ट्रैक्टर करेगा, पर जो प्राइस के या वैसे स्कीम आती हैं वो कंपनी समय समय पर बनाती रहती है। तो दिवाली के या उसके नवरात्रि के या ऐसे जो भी समय होते हैं तो उनकी स्कीम्स आती रहती हैं, तो वो समय उसी समय पर लॉन्च होंगी और हम किसानों तक उसको पहुंचाएंगे अपने प्रचार के थ्रू और फिर उनको उसका लाभ मिलेगा।